ਰੋਜ਼ਾਨਾ ਲੋਕ ਨਾਲ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਖਬਰ ਸਵੇਰ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਸਿਆਸਤ ਦੇ ਨਾਲ ਜੁੜੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਗੱਲਬਾਤ ਕਰਾਂਗੇ ਕਿ ਕੱਲ ਕੈਪਟਨ ਅਮਰਿੰਦਰ ਸਿੰਘ ਦੀ ਸੋਨੀਆ ਗਾਂਧੀ ਦੇ ਨਾਲ ਕਰੀਬ 1.5 ਘੰਟਾ ਮੁਲਾਕਾਤ ਹੋਈ। ਉਸ ਮੁਲਾਕਾਤ ਦੇ ਵਿੱਚੋਂ ਨਿਕਲਿਆ ਕਿ ਇਹ ਤਾਂ ਤੁਹਾਨੂੰ ਅਸੀਂ ਕੱਲ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਦੱਸ ਦਿੱਤਾ ਸੀ ਕਿ ਨਵਜੋਤ ਸਿੰਘ ਸਿੱਧੂ ਹੀ ਪੰਜਾਬ ਕਾਂਗਰਸ ਦੇ ਅਗਲੇ ਪ੍ਰਧਾਨ ਹੋਣਗੇ। ਇਹ ਅਸੀਂ ਆਪਣੇ ਸੂਤਰਾਂ ਤੋਂ ਸਹੀ ਤੇ ਸਟੀਕ ਜਾਣਕਾਰੀ ਤੁਹਾਡੇ ਕੋਲ ਰਾਤੀ ਵੀ ਪਹੁੰਚਾਈ ਸੀ। ਇੱਕ ਵਾਰ ਫਿਰ ਦੱਸ ਦਿੰਦੇ ਹਾਂ ਕਿ ਨਵਜੋਤ ਸਿੰਘ ਸਿੱਧੂ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਕਾਂਗਰਸ ਦੇ ਅਗਲੇ ਪ੍ਰਧਾਨ ਹੋਣਗੇ। ਤੇ ਹੁਣ ਕੀ ਹੈ, ਹੁਣ ਕੈਪਟਨ ਖੇਮਾ ਯਾਨੀ ਕਿ ਰਵਨੀਤ ਸਿੰਘ ਬਿੱਟੂ ਹੁਣੀ ਤੇ ਹੋਰ ਬਹੁਤ ਸਾਰੇ ਲੀਡਰ ਹੁਣ ਚਾਲਾਂ ਇਹ ਚੱਲ ਰਹੇ ਨੇ ਕਿ ਨਵਜੋਤ ਸਿੰਘ ਸਿੱਧੂ ਜਿਹੜਾ ਬਿਜਲੀ ਮਹਿਕਮੇ ਦੇ ਉੱਪਰ ਬਿਜਲੀ ਡਿਪਾਰਟਮੈਂਟ ਦੇ ਨਾਲ ਸੰਬੰਧਿਤ ਜਿਹੜੇ ਟਵੀਟ ਕਰ ਰਹੇ ਨੇ ਕਿ ਇਸ ਤਰੀਕੇ ਦੇ ਨਾਲ ਬਿਜਲੀ ਸਸਤੀ ਹੋ ਸਕਦੀ ਸੀ, ਇਸ ਤਰੀਕੇ ਦੇ ਨਾਲ ਜਿਹੜੇ ਉਹ ਕੰਟਰੈਕਟ ਕੀਤੇ ਹੋਏ ਉਹ ਭੰਗ ਹੋ ਸਕਦੇ ਸੀ, ਤਾਂ ਉਹਦੇ ਉੱਪਰ ਉਲਟਾ ਨਵਜੋਤ ਸਿੰਘ ਸਿੱਧੂ ਨੂੰ ਹੀ ਘੇਰ ਰਹੇ ਨੇ ਕਿ ਨਵਜੋਤ ਸਿੰਘ ਸਿੱਧੂ ਸਭ ਕੁਝ ਕਰ ਸਕਦੇ ਸੀ ਤੇ ਬਿਜਲੀ ਮਹਿਕਮਾ ਸੰਭਿਆ ਕਿਉਂ ਨਹੀਂ ਉਹਨਾਂ ਨੇ। ਤਾਂ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਇੱਕ ਗੱਲ ਦੱਸਾਂਗੇ ਜਿਹੜੀ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਇਹਨਾਂ ਦੇ ਵੱਲੋਂ ਸਾਰਿਆਂ ਦੇ ਵੱਲੋਂ ਸਾਜ਼ਿਸ਼ ਘੜੀ ਗਈ ਨਵਜੋਤ ਸਿੰਘ ਸਿੱਧੂ ਨੂੰ ਫੇਲ ਕਰਨ ਦੇ ਲਈ। ਇਸ ਤਰੀਕੇ ਨਾਲ ਸਾਜ਼ਿਸ਼ਾਂ ਘੜੀਆਂ ਗਈਆਂ ਕਿ ਨਵਜੋਤ ਸਿੰਘ ਸਿੱਧੂ ਮਜਬੂਰ ਹੋ ਕੇ ਕਾਂਗਰਸ ਛੱਡ ਦੇਣ ਤੇ ਉਸੇ ਹੀ ਸਾਜ਼ਿਸ਼ ਦੇ ਵਿੱਚੋਂ 2019 ਦੇ ਵਿੱਚ ਇਹ ਸਾਜ਼ਿਸ਼ ਸੀ ਕਿ ਨਵਜੋਤ ਸਿੰਘ ਸਿੱਧੂ ਨੂੰ ਬਿਜਲੀ ਮੰਤਰੀ ਬਣਾ ਦਿੱਤਾ ਜਾਵੇ। ਬਿਜਲੀ ਮੰਤਰੀ ਬਣਾਉਣ ਦੇ ਨਾਲ ਨਵਜੋਤ ਸਿੰਘ ਸਿੱਧੂ ਦੇ ਅਕਸ ਨੂੰ ਢਾਹ ਕਿਵੇਂ ਲਾਈ ਜਾਣੀ ਸੀ ਤੇ ਲੋਕਾਂ ਦੀਆਂ ਨਜ਼ਰਾਂ ਦੇ ਵਿੱਚੋਂ ਨਵਜੋਤ ਸਿੰਘ ਸਿੱਧੂ ਨੂੰ ਕਿਵੇਂ ਗਿਰਾਇਆ ਜਾਣਾ ਸੀ, ਇਹ ਇਸ ਸਾਜ਼ਿਸ਼ ਦਾ ਹਿੱਸਾ ਸੀ। ਇੱਕ ਕਰਕੇ ਇਸ ਸਾਜ਼ਿਸ਼ ਦੇ ਉੱਪਰ ਗੱਲਬਾਤ ਕਰਾਂਗੇ। ਗੱਲਬਾਤ ਕਰਨੀ ਮੇਰੇ ਨਾਲ ਡਾਕਟਰ ਭੀਮਿੰਦਰ ਸਿੰਘ ਜੀ ਨੇ, ਉਹਨਾਂ ਦਾ ਸਵਾਗਤ ਕਰਦੇ ਹਾਂ। ਫਿਰ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਡਾਕਟਰ ਸਾਹਿਬ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ ਸੁਖਵਿੰਦਰ ਜੀ। ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤਾਂ ਕਿਵੇਂ ਦੇਖਦੇ ਹੋ ਕਿ ਕੈਪਟਨ ਅਮਰਿੰਦਰ ਸਿੰਘ ਕੱਲ ਉੱਥੇ ਪੂਰੇ ਤਾਮ-ਝਾਮ ਦੇ ਨਾਲ ਗਏ ਸੀ, ਆਪਣੇ ਕਹਿੰਦੇ ਬੰਦੇ ਵੀ ਉੱਥੇ ਲੈ ਕੇ ਗਏ ਸੀ, ਹਿੰਦੂ ਵਰਗ ਦੇ ਲੀਡਰ ਵੀ ਲੈ ਕੇ ਗਏ ਸੀ, ਦਲਿਤ ਵਰਗ ਦੇ ਵੀ ਲੀਡਰ ਲੈ ਕੇ ਗਏ ਸੀ ਤੇ ਬਾਹਰ ਪ੍ਰੈਸ ਕਾਨਫਰੰਸ ਦਾ ਬਕਾਇਦਾ ਆਯੋਜਨ ਵੀ ਕਰਵਾਇਆ ਗਿਆ ਕਿ ਅੰਦਰੋਂ ਮੈਂ ਐਲਾਨ ਕਰਵਾ ਕੇ ਆਪਣੇ ਬੰਦਿਆਂ ਦਾ ਆ ਜਾਣਾ ਤੇ ਬਾਹਰ ਆ ਕੇ ਮੈਂ ਪ੍ਰੈਸ ਕਾਨਫਰੰਸ ਕਰ ਦੇਣੀ ਹੈ, ਲਓ ਜੀ ਮੈਂ ਆਪਦਾ ਪ੍ਰਧਾਨ ਬਣਾ ਰਿਹਾ। ਤੇ ਅੰਦਰ ਜੋ ਕੁਝ ਹੋਇਆ ਉਹ ਸਭ ਕੁਝ ਕੈਪਟਨ ਦੀਆਂ ਉਮੀਦਾਂ ਦੇ ਉਲਟ ਹੋ ਗਿਆ। ਕਿਵੇਂ ਦੇਖਦੇ ਹੋ ਜੇ ਨਵਜੋਤ ਸਿੰਘ ਸਿੱਧੂ, ਜਿਸ ਤਰੀਕੇ ਨਾਲ ਆਪਾਂ ਨੂੰ ਜਾਣਕਾਰੀ ਸਟੀਕ ਮਿਲੀ ਹੈ ਕਿ ਨਵਜੋਤ ਸਿੰਘ ਸਿੱਧੂ ਪ੍ਰਧਾਨ ਬਣ ਗਏ? ਸੁਖਵਿੰਦਰ ਜੀ, ਇੱਕ ਕਹਾਵਤ ਹੈ ਕਿ ਲੌਟ ਕੇ ਬੁੱਧੂ ਘਰ ਕੋ ਆਏ, ਔਰ ਇਹ ਜਿਹੜੇ ਮਤਲਬ ਆਪਣੇ ਆਪ ਨੂੰ ਜਿਹੜੇ ਸ਼ਾਤਰ ਲੋਕ ਕਹਾਉਂਦੇ ਸੀਗੇ ਕੈਪਟਨ ਸਾਹਿਬ, ਜਿਵੇਂ ਤੁਸੀਂ ਵੀ ਕਿਹਾ ਕਿ ਲਗਾਤਾਰ ਸ਼ਤਰੰਜ ਦੀਆਂ ਚਾਲਾਂ 19 ਤੋਂ ਲੈ ਕੇ ਅੱਜ ਤੱਕ 21 ਤੱਕ ਚੱਲ ਰਹੇ ਸੀਗੇ ਕਿ ਨਵਜੋਤ ਸਿੰਘ ਸਿੱਧੂ ਕਿਵੇਂ ਨਾ ਕਿਵੇਂ ਉਹਨੂੰ ਪਾਰਟੀ ਚੋਂ ਬਾਹਰ ਕੱਢ ਦਈਏ, ਉਹਨਾਂ ਨੂੰ ਖੁੱਡੇ ਨਾਲ ਲਾ ਕੇ ਰੱਖੀਏ। ਸੋ ਇਸ ਤਰ੍ਹਾਂ ਦੀਆਂ ਸ਼ਤਰੰਜ ਦੀਆਂ ਚਾਲਾਂ ਕੱਲ੍ਹ ਤੱਕ ਵੀ ਚੱਲਦੀਆਂ ਰਹੀਆਂ। ਜਦੋਂ ਇਹਨਾਂ ਨੂੰ ਜਦੋਂ ਦਿੱਲੀ ਦੇ ਵਿੱਚ ਸੱਦਾ ਆਇਆ ਕੈਪਟਨ ਸਾਹਿਬ ਨੂੰ, ਤੁਸੀਂ ਦੇਖੋ ਵੀ 3 ਤਰ੍ਹਾਂ ਦੇ ਬੰਦੇ ਉਹਨਾਂ ਦੇ ਨਾਲ ਜਿਹੜੇ ਨੇ ਵਿਧਾਇਕ ਜਾਂ ਲੀਡਰ ਸਾਹਿਬਾਨ ਉਹ ਸੀਗੇ। ਉਹਦੇ ਵਿੱਚ ਤੁਸੀਂ ਇੱਕ ਤਾਂ ਟਕਸਾਲੀ ਕਾਂਗਰਸੀ ਜਿਹੜੇ ਆਪਣੇ ਆਪ ਨੂੰ ਕਹਾਉਂਦੇ ਆ, ਰਵਨੀਤ ਸਿੰਘ ਬਿੱਟੂ, ਉਹਨਾਂ ਨੂੰ ਲੱਗਦਾ ਸੀਗਾ ਕਿ ਸ਼ਾਇਦ ਟਕਸਾਲੀਆਂ ਦੇ ਉੱਤੇ ਹਾਂ ਹੋ ਜਾਏ ਹਾਈ ਕਮਾਂਡ ਦੀ। ਦੂਜੇ ਪਾਸੇ ਉਹਨੂੰ ਲੱਗਦਾ ਸੀ ਦਲਿਤ ਪੱਤਾ ਚਲਾ ਦਈਏ, ਵੇਰਕਾ ਸਾਹਿਬ ਨੂੰ ਉਹ ਉੱਥੇ ਨਾਲ ਲੈ ਕੇ ਗਏ। ਤੀਜਾ ਉਹਨਾਂ ਨੂੰ ਲੱਗਦਾ ਸੀਗਾ ਕਿ ਜੇ ਦਲਿਤ ਪੱਤਾ ਵੀ ਨਾ ਚੱਲਿਆ ਤਾਂ ਹਿੰਦੂ ਚਿਹਰਾ ਹੀ ਅੱਗੇ ਕਰਾਂਗੇ, ਤਾਂ ਉਹ ਸੇਖੜੀ ਸਾਹਿਬ ਨੂੰ ਉੱਥੇ ਲੈ ਕੇ ਗਏ ਸੀਗੇ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਆਖਰ ਤੱਕ ਨਵਜੋਤ ਸਿੰਘ ਸਿੱਧੂ ਨੂੰ ਥੱਲੇ ਲਾਉਣ ਦੀਆਂ, ਉਹਨਾਂ ਨੂੰ ਖਤਮ ਕਰਨ ਦੀਆਂ ਸਾਜ਼ਿਸ਼ਾਂ ਜਿਹੜੀਆਂ ਸੀਗੀਆਂ ਕੈਪਟਨ ਸਾਹਿਬ ਕਰਦੇ ਰਹੇ। ਪਰ ਹੋਇਆ ਕਿ ਖੋਦਿਆ ਪਹਾੜ ਨਿਕਲਿਆ ਚੂਹਾ। ਤੁਸੀਂ ਦੇਖੋਗੇ ਕਿ ਜਦੋਂ ਉਹਨਾਂ ਦੀ ਬੋਡੀ ਲੈਂਗੁਏਜ ਸੀਗੀ ਕੱਲ, ਜਦੋਂ ਵਾਪਸ ਆ ਰਹੇ ਸੀਗੇ ਮਿਲ ਕੇ ਸੋਨੀਆ ਜੀ ਨੂੰ, ਤਾਂ ਉੱਥੋਂ ਲੱਗ ਰਿਹਾ ਸੀ ਉਹਨਾਂ ਤੋਂ ਤੁਰਿਆ ਨਹੀਂ ਸੀ ਜਾ ਰਿਹਾ ਔਰ ਉਹਨਾਂ ਤੋਂ ਬੋਲਿਆ ਨਹੀਂ ਸੀ ਜਾ ਰਿਹਾ, ਔਰ ਇੱਕ ਇੱਕ ਸ਼ਬਦ ਉਹ ਐਂ ਲੱਗ ਰਿਹਾ ਸੀਗਾ ਬਹੁਤ ਔਖੇ ਹੋ ਕੇ ਬੋਲ ਰਹੇ ਨੇ। ਇੱਥੋਂ ਤੱਕ ਕਿ ਜਦੋਂ ਨਵਜੋਤ ਸਿੰਘ ਸਿੱਧੂ ਬਾਰੇ ਉਹਨਾਂ ਨੂੰ ਪੁੱਛਿਆ ਗਿਆ ਪੱਤਰਕਾਰਾਂ ਵੱਲੋਂ, ਤਾਂ ਮਤਲਬ ਉਹ ਇੱਕ ਵੀ ਲਾਈਨ ਜਿਹੜੀ ਹੈਗੀ ਹੈ ਬੋਲ ਨਹੀਂ ਪਾਏ। ਸੋ ਮੇਰਾ ਕਹਿੰਦੇ ਵੀ ਮੈਂ ਸਾਰੀਆਂ ਪਾਰਟੀ ਨਾਲ ਸੰਬੰਧਿਤ ਸਾਰੀਆਂ ਗੱਲਾਂ ਬਾਤਾਂ ਕਰਕੇ ਆਇਆ, ਪਾਰਟੀ ਦੀ ਪੋਜੀਸ਼ਨ ਬਾਰੇ ਗੱਲਬਾਤ ਕਰਕੇ ਆਇਆ, ਪਾਰਟੀ ਦੀ ਰਣਨੀਤੀ ਬਾਰੇ ਗੱਲਬਾਤ ਕਰਕੇ ਆਇਆ, ਸਾਰੇ ਲੀਡਰਾਂ ਦੀ ਜੋ ਬਗਾਵਤ ਹੋਈ ਉਹਦੇ ਤੇ ਵੀ ਗੱਲਬਾਤ ਕੀਤੀ ਹੈ, ਪਰ ਨਵਜੋਤ ਸਿੰਘ ਸਿੱਧੂ ਤੇ ਗੱਲ ਨਹੀਂ ਹੋਈ। ਇਸ ਤਰੀਕੇ ਨਾਲ ਹੋ ਸਕਦਾ ਕਿ ਨਵਜੋਤ ਸਿੰਘ ਸਿੱਧੂ ਤੇ ਗੱਲ ਨਾ ਹੋਈ ਹੋਵੇ। ਪੱਤਰਕਾਰਾਂ ਨੂੰ ਇਹ ਤਾਂ ਪਤਾ ਹੀ ਸੀਗਾ, ਇਹ ਆਪਾਂ ਨੂੰ ਉੱਥੇ ਇਹ ਥੋੜ੍ਹੀਆਂ ਵੀ ਕੋਈ ਉੱਥੇ ਕੋਈ ਉਹ ਆਪਣੀਆਂ ਹੋਰ ਕੋਈ ਰਿਸ਼ਤੇਦਾਰੀਆਂ ਸਮਝਣ ਗਏ ਸੀ ਜਾਂ ਰਿਸ਼ਤੇਦਾਰੀਆਂ ਪਗਾਉਣ ਗਏ ਸੀਗੇ। ਉਹ ਸਿਆਸਤ ਬਾਰੇ ਹੀ ਗੱਲ ਕਰਨ ਗਏ ਸੀ। ਤਾਂ ਪੱਤਰਕਾਰਾਂ ਨੂੰ ਵੀ ਪਤਾ ਹੈ ਗੱਲ। ਪੱਤਰਕਾਰ ਜਿਹੜੇ ਸਵਾਲ ਪੁੱਛ ਰਹੇ ਸੀਗੇ, ਇਹ ਪੁੱਛ ਰਹੇ ਸੀਗੇ ਭਾਈ ਦੱਸੋ ਕੀ ਹੋਇਆ, ਕਿਹੜੀਆਂ ਗੱਲਾਂ ਹੋਈਆਂ। ਸਿਆਸੀ ਗੱਲਾਂ ਤਾਂ ਹੋਣੀਆਂ ਸੀ, ਪੰਜਾਬ ਬਾਰੇ, ਪੰਜਾਬ ਦੀ ਪੋਲਿਟਿਕਸ ਬਾਰੇ ਤਾਂ ਗੱਲਾਂ ਹੋਣੀਆਂ ਸੀਗੀਆਂ। ਉਹ ਪੁੱਛ ਰਹੇ ਸੀਗੇ ਕਿ ਡਿਟੇਲ 'ਚ ਦੱਸੋ ਕਿ ਗੱਲ ਕਿੱਦਾਂ ਦੀ ਹੋਈ ਹੈ, ਕੀ ਤੁਸੀਂ
ਨਵੇਂ ਚਿਹਰੇ ਅੱਗੇ ਲੈ ਕੇ ਆ ਰਹੇ ਹੋ, ਕੈਬਨਿਟ ਦੇ ਵਿੱਚ ਕਿਹੜੇ ਮੰਤਰੀ ਬਦਲ ਰਹੇ ਹੋ, ਕਿਹਨਾਂ ਨੂੰ ਕੀ ਆਪਣਾ ਅਗਲੇ ਦਿਨਾਂ ਦੇ ਵਿੱਚ ਕੀ ਹੋਏਗਾ, ਨਵਜੋਤ ਸਿੰਘ ਸਿੱਧੂ ਬਾਰੇ ਕੀ ਫੈਸਲਾ ਹੋਏਗਾ, ਇਸ ਤਰ੍ਹਾਂ ਦੀਆਂ ਗੱਲਾਂ ਪੱਤਰਕਾਰ ਪੁੱਛ ਰਹੇ ਸੀਗੇ। ਪਰ ਕੈਪਟਨ ਸਾਹਿਬ, ਆਪਾਂ ਨੂੰ ਵੀ ਪਤਾ ਹੈ ਕਿ ਬਿਲਕੁਲ ਬਹੁਤ ਛੋਟੇ ਸ਼ਬਦਾਂ ਦੇ ਵਿੱਚ, ਥੋੜੇ ਸ਼ਬਦਾਂ ਦੇ ਵਿੱਚ ਉਹ ਜਵਾਬ ਦੇਣ ਦੀ ਕੋਸ਼ਿਸ਼ ਕਰ ਰਹੇ ਸੀਗੇ। ਏਦਾਂ ਲੱਗਦਾ ਸੀਗਾ ਕਿ ਜਿਵੇਂ ਸਾਰਾ ਕੁਝ ਉਹਨਾਂ ਤੋਂ ਉਲਟ ਜਾ ਰਿਹਾ ਹੋਵੇ। ਉਹਨਾਂ ਨੇ ਜੋ ਸੋਚ ਕੇ ਆਏ ਸੀਗੇ, ਜੋ ਉਹਨਾਂ ਨੂੰ ਲੱਗਦਾ ਸੀਗਾ ਕਿ ਸੋਨੀਆ ਜੀ ਤਾਂ ਮੇਰੇ ਖਾਸਮ ਖਾਸ ਨੇ ਔਰ ਸਭ ਕੁਝ ਮੇਰੇ ਮੁਤਾਬਕ ਹੋਏਗਾ, ਔਰ ਹੋਇਆ ਬਿਲਕੁਲ ਉਲਟ। ਸਗੋਂ ਤੁਸੀਂ ਦੇਖਿਆ ਹੋਏਗਾ ਕਿ ਕੈਪਟਨ ਸਾਹਿਬ ਦੀ ਜਿਹੜੀ ਬਾਡੀ ਲੈਂਗੁਏਜ ਸਮਝਣ ਵਾਲੀ ਸੀਗੀ ਉਸ ਵੇਲੇ, ਔਰ ਉਹਨਾਂ ਤੋਂ ਜਦੋਂ ਉਹ ਆਪਣੀ ਗੱਡੀ ਦੇ ਵਿੱਚ ਜਾ ਰਹੇ ਸੀਗੇ, ਗੱਡੀ ਵੱਲ, ਤਾਂ ਉਹਨਾਂ ਤੋਂ ਤੁਰਿਆ ਨਹੀਂ ਸੀ ਜਾ ਰਿਹਾ, ਉਹਨਾਂ ਨੂੰ ਫੜ ਕੇ ਜਿਹੜਾ ਹੈਗਾ ਚੜਾਇਆ ਜਾ ਰਿਹਾ ਸੀਗਾ। ਕਹਿਣ ਦਾ ਮਤਲਬ ਹੈ ਕਿ ਬਾਡੀ ਲੈਂਗੁਏਜ ਦੇ ਵਿੱਚ ਤੋਂ ਹੀ ਬਹੁਤ ਸਾਰੀਆਂ ਚੀਜ਼ਾਂ ਸਮਝ ਆ ਰਹੀਆਂ ਸੀਗੀਆਂ ਕਿ ਇਹਨਾਂ ਦੀ ਹੁਣ ਅਗਲੇ ਦਿਨਾਂ ਦੇ ਵਿੱਚ ਦਾਲ ਨਹੀਂ ਗਲਣੀ। ਔਰ ਆਪਾਂ ਨੂੰ ਵੀ ਪਤਾ ਹੈ ਕਿ ਇੱਕ ਕਹਾਵਤ ਹੈ ਪੰਜਾਬੀ ਦੀ ਕਿ ਪਿੱਪਲ ਦੇ ਪੱਤਿਆਂ ਵੇ ਕਿਉਂ ਖੜ ਲਾਈ ਹੈ, ਪੱਤ ਝੜੇ ਪੁਰਾਣੇ ਵੇ ਰੁੱਤ ਨਵਿਆਂ ਦੀ ਆਈ ਹੈ। ਸੋ ਇਹ ਹੁਣ ਪੱਤ ਝੜ ਰਹੇ ਨੇ, ਉਹਨਾਂ ਦਾ ਸਰੀਰ ਜਿਹੜਾ ਹੈਗਾ ਜਵਾਬ ਦੇ ਰਿਹਾ ਹੈ। ਔਰ ਬਾਡੀ ਲੈਂਗੁਏਜ ਵੀ ਕੱਲ ਇਹੀ ਦੱਸ ਰਹੀ ਸੀ ਕਿ ਭਾਈ ਤੁਹਾਨੂੰ ਹੁਣ ਰੈਸਟ ਕਰਨੀ ਚਾਹੀਦੀ ਹੈ, ਕਿਉਂਕਿ ਇਹਨਾਂ ਨੇ ਆਪ ਹੀ ਵਾਅਦਾ ਕੀਤਾ ਸੀ, ਆਪਾਂ ਕੱਲ ਵੀ ਗੱਲ ਕੀਤੀ ਸੀਗੀ ਕਿ ਇਹਨਾਂ ਨੇ ਵਾਅਦਾ ਕੀਤਾ ਸੀ ਕਿ ਮੇਰੀ ਆਖਰੀ ਪਾਰੀ ਹੋਏਗੀ, ਮੇਰੀ ਸਿਹਤ ਅਲਾਓ ਨਹੀਂ ਕਰ ਰਹੀ। ਕੱਲ ਵੀ ਉਹਨਾਂ ਦੇ ਹੱਥ ਕੰਬ ਰਹੇ ਸੀ ਜਦੋਂ ਗੱਲ ਕਰ ਰਹੇ ਸੀਗੇ, ਤੁਸੀਂ ਜੇ ਧਿਆਨ ਨਾਲ ਦੇਖਿਆ ਹੋਏਗਾ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਕੈਪਟਨ ਸਾਹਿਬ ਨੂੰ ਹੁਣ ਜਿਹੜਾ ਹੈਗਾ ਜਿੰਨੀ ਕੁ ਪਾਰੀ ਖੇਡਣੀ ਸੀ ਉਹਨਾਂ ਨੇ ਖੇਡ ਚੁੱਕੇ ਆ, ਜਿੰਨੇ ਕੁ ਰਨ ਬਣਾਉਣੇ ਸੀਗੇ ਉਹ ਬਣਾ ਚੁੱਕੇ ਨੇ, ਔਰ ਹੁਣ ਉਹ ਪਾਰਟੀ ਲਈ ਨੁਕਸਾਨਦੇਹ ਹੀ ਹੋਣਗੇ। ਜਿਵੇਂ ਰਵਨੀਤ ਬਿੱਟੂ ਜੀ ਕਹਿ ਰਹੇ ਨੇ ਨਾ ਕਿ ਸਾਨੂੰ ਇਹਦਾ ਅਸੀਂ 22 ਦੇ ਵਿੱਚ ਫਾਇਦਾ ਦੇਵਾਂਗੇ, 22 ਦੇ ਵਿੱਚ ਇਹਨਾਂ ਨੂੰ ਚਿਹਰਾ ਲੈ ਕੇ ਆਵਾਂਗੇ। ਮੈਨੂੰ ਇਹ ਲੱਗਦਾ ਹੈ ਕਿ ਜਿੰਨੀ ਹੁਣ ਅੱਗੇ ਆਉਣਗੇ, ਜਿੰਨਾ ਉਹ ਫੇਸ ਬਣਨਗੇ ਕਾਂਗਰਸ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਕੈਪਟਨ ਸਾਹਿਬ, ਉਹਨਾਂ ਹੀ ਕਾਂਗਰਸ ਦੇ ਲਈ ਨੁਕਸਾਨ ਹੋਏਗਾ। ਜੀ ਸੁਖਵਿੰਦਰ ਜੀ, ਬਿੱਟੂ ਹੋਣੀ ਬੜੀ ਉੱਥੇ ਕੋਸ਼ਿਸ਼ਾਂ ਕਹਿੰਦੇ ਕੀਤੀਆਂ ਉੱਥੇ ਕਿ ਕੈਪਟਨ ਅਮਰਿੰਦਰ ਸਿੰਘ ਹੋਣਾ ਦੇ ਨਾਲ ਮਿਲ ਕੇ ਕਿ ਕੋਈ ਗੱਲਬਾਤ ਨਾ ਬਣੇ, ਤੇ ਪਰ ਰਵਨੀਤ ਬਿੱਟੂ ਹੋਣਾ ਦੇ ਉੱਥੇ ਕਹਿੰਦੇ ਇੱਕ ਨਾ ਚੱਲੀ। ਪਰ ਹੁਣ ਗੱਲ ਇਹ ਹੈ ਕਿ ਰਵਨੀਤ ਸਿੰਘ ਬਿੱਟੂ ਹੁਣ ਹੋਰ ਸਾਜ਼ਿਸ਼ਾਂ ਦੇ ਵਿੱਚ ਪੈ ਗਿਆ। ਹੁਣ ਲੋਕਾਂ ਦੇ ਵਿੱਚ ਇਹ ਭਰਮ ਫੈਲਾਇਆ ਜਾ ਰਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਜੇ ਬਿਜਲੀ ਡਿਪਾਰਟਮੈਂਟ ਸਾਂਭਿਆ ਹੁੰਦਾ ਤਾਂ ਲੋਕਾਂ ਦਾ ਜਿਹੜਾ ਬੜਾ ਵੱਡਾ ਫਾਇਦਾ ਹੋ ਜਾਣਾ ਸੀ, ਲੋਕਾਂ ਨੂੰ ਬਿਜਲੀ ਸਸਤੀ ਮਿਲਣੀ ਸੀ। ਇਸ ਤਰੀਕੇ ਦੇ ਨਾਲ ਰਵਨੀਤ ਸਿੰਘ ਬਿੱਟੂ ਆਪਣੀ ਸਰਕਾਰ ਦੇ ਉੱਪਰ ਤੇ ਆਪਣੇ ਮੁੱਖ ਮੰਤਰੀ ਦੇ ਉੱਪਰ ਵੀ ਸਵਾਲ ਖੜੇ ਕਰ ਰਹੇ ਨੇ ਕਿ ਜੇ ਨਵਜੋਤ ਸਿੰਘ ਸਿੱਧੂ ਨੇ ਹੀ ਬਿਜਲੀ ਮਹਿਕਮਾ ਸਾਂਭ ਕੇ ਭਲਾਈ ਕਰਨੀ ਸੀ ਤੇ ਉਹਨਾਂ ਨੇ ਸਾਂਭਿਆ ਨਹੀਂ, ਤਾਂ ਫਿਰ ਜੇ ਉਹਨਾਂ ਨੇ ਨਹੀਂ ਸਾਂਭਿਆ ਫਿਰ ਤੁਹਾਡੇ ਜਿੰਨੀ ਕਾਬਲੀਅਤ ਕਿਸੇ 'ਚ ਨਹੀਂ ਹੈਗੀ ਕਿ ਬਿਜਲੀ ਮਹਿਕਮੇ ਨੂੰ ਸਹੀ ਤਰੀਕੇ ਨਾਲ ਚਲਾ ਸਕਣ। ਬਿਜਲੀ ਮਹਿਕਮੇ ਦੇ ਵਿੱਚੋਂ ਜਿਹੜੇ ਰੇਟ ਵਧੇ ਹੋਏ ਨੇ ਉਹਨਾਂ ਨੂੰ ਘਟਾ ਕੇ ਲੋਕਾਂ ਨੂੰ ਸਸਤੀ ਬਿਜਲੀ ਦੇ ਸਕਣ। ਜੇ ਨਵਜੋਤ ਸਿੰਘ ਸਿੱਧੂ ਤੇ ਹੀ ਡੋਰਾਂ ਤੁਸੀਂ ਰੱਖੀਆਂ ਹੋਈਆਂ ਨੇ ਤਾਂ ਫਿਰ ਉਹਨੂੰ ਤੁਸੀਂ ਅੱਗੇ ਕਿਉਂ ਨਹੀਂ ਲੈ ਕੇ ਆ ਰਹੇ। ਤਾਂ ਦੂਜੀ ਗੱਲ ਇਹ ਹੈ ਕਿ ਸਾਜ਼ਿਸ਼ ਇਹ ਘੜੀ ਗਈ ਸੀ ਕਿ ਜਿਸ ਤਰੀਕੇ ਦੇ ਨਾਲ ਨਵਜੋਤ ਸਿੰਘ ਸਿੱਧੂ ਨੂੰ 2019 ਦੇ ਵਿੱਚ ਸਾਂਭ ਦਿੱਤਾ ਬਿਜਲੀ ਵਿਭਾਗ, ਚਲੋ ਜੀ ਤੁਸੀਂ ਬਿਜਲੀ ਵਿਭਾਗ ਸਾਂਭੋ, ਤਾਂ ਉਸ ਤੋਂ ਕੁਝ ਦਿਨਾਂ ਬਾਅਦ ਹੀ ਇਹਨਾਂ ਨੇ ਬਿਜਲੀ ਦੇ ਰੇਟ ਵਧਾ ਦਿੱਤੇ ਗਏ। ਹੁਣ ਮੈਂ ਚਾਹੁੰਦਾ ਕਿ ਡਾਕਟਰ ਸਾਹਿਬ ਆਪਾਂ ਕੱਲੀ ਗੱਲ ਸਮਝਾਈਏ ਕਿ ਕਿਉਂ ਬਿਜਲੀ ਮਹਿਕਮਾ ਨਵਜੋਤ ਸਿੰਘ ਸਿੱਧੂ ਨੂੰ ਸਾਂਭਿਆ ਗਿਆ ਤੇ ਉਹਦੇ ਵਿੱਚ ਸਾਜ਼ਿਸ਼ ਕੀ ਸੀ। ਆਪਾਂ ਆਪਣੇ ਦਰਸ਼ਕਾਂ ਨੂੰ ਚਾਹੁੰਦੇ ਕਿ ਗੱਲ ਸਮਝਾਈਏ। ਸੁਖਵਿੰਦਰ ਜੀ, ਇੱਕ ਕਹਾਵਤ ਫਿਰ ਮੈਂ ਇੱਥੇ ਉਹਦਾ ਜ਼ਿਕਰ ਕਰਾਂਗਾ, ਉਹ ਹੈ ਕਿ ਉਲਟਾ ਚੋਰ ਕੋਤਵਾਲ ਕੋ ਡਾਂਟੇ। ਯਾਨੀ ਕਿ ਚੋਰ ਤਾਂ ਇਹਨਾਂ ਦੇ ਆਪਣੇ ਮਨ ਦੇ ਵਿੱਚ ਹੈ, ਕੈਪਟਨ ਸਾਹਿਬ ਦੇ ਆਪਣੇ ਮਨ ਦੇ ਵਿੱਚ ਚੋਰ ਬੈਠਾ ਹੈ। ਉਹ ਚੋਰ ਕੀ ਹੈ? ਉਹ ਚੋਰ ਇਹ ਹੈ ਕਿ ਕੈਪਟਨ ਸਾਹਿਬ ਚਾਹੁੰਦੇ ਨੇ ਕਿ ਮੈਂ ਬਿਨਾਂ ਕਿਸੇ ਕੰਮ ਕੀਤੇ, ਬਿਨਾਂ ਕੋਈ ਵਾਅਦਾ ਪੂਰਾ ਕੀਤੇ, ਬਿਨਾਂ ਕੋਈ ਹੋਰ ਜਿਹੜਾ ਹੈਗਾ ਕੰਮ ਧੰਦੇ ਕਰਨ ਤੋਂ ਮੈਂ 22 ਦੇ ਵਿੱਚ ਦੁਬਾਰਾ ਚਿਹਰਾ ਬਣ ਜਾ। ਔਰ ਸਾਜ਼ਿਸ਼ਾਂ ਕੀ ਕਰ ਰਹੇ ਨੇ? ਸਾਜ਼ਿਸ਼ਾਂ ਉਹਨਾਂ ਨੂੰ ਇਸ ਤਰ੍ਹਾਂ ਉਹ ਲੱਗ ਰਿਹਾ ਉਹਨਾਂ ਨੂੰ ਕਿ ਜੇ ਮੈਨੂੰ ਖੁੱਡੇ ਲੈਣ ਲਾਤਾ ਹਾਈ ਕਮਾਂਡ ਨੇ ਜਾਂ ਮੈਂ ਚਿਹਰਾ ਨਹੀਂ ਬਣਿਆ ਤਾਂ ਨਵਜੋਤ ਸਿੰਘ ਸਿੱਧੂ ਜੀ ਜਿਹੜੇ ਨੇ ਚਿਹਰਾ ਬਣ ਸਕਦੇ ਨੇ। ਹੁਣ ਇਹੀ ਸਾਜ਼ਿਸ਼ਾਂ ਇਹਨਾਂ ਦੇ ਮਨ ਦੇ ਵਿੱਚ 19 ਦੇ ਵਿੱਚ, ਜਿਵੇਂ ਤੁਸੀਂ ਕਹਿ ਰਹੇ 19 ਤੋਂ ਆਪਾਂ ਗੱਲ ਸ਼ੁਰੂ ਕਰਦੇ ਹਾਂ। ਔਰ ਇੱਥੋਂ ਵੀ ਜੇ ਗੱਲ ਸ਼ੁਰੂ ਕਰਨੀ ਹੋਵੇ, ਮੈਂ ਥੋੜਾ ਜਿਹਾ ਜੇ ਪਿੱਛੇ ਜਾਵਾਂ ਤਾਂ 17 ਦੇ ਵਿੱਚ ਬਿਲਕੁਲ ਜਦੋਂ ਤੁਸੀਂ ਦੇਖੋਗੇ ਕਿ 17 ਦੇ ਵਿੱਚ ਕੈਪਟਨ ਸਾਹਿਬ ਦਾ ਬਿਆਨ ਆਇਆ ਸੀਗਾ ਜਦੋਂ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਦੇ ਵਿੱਚ ਰਲਾਉਣ ਦੀਆਂ ਗੱਲਾਂ ਚੱਲ ਰਹੀਆਂ ਸੀਗੀਆਂ। ਉਹਨਾਂ ਨੇ ਕਿਹਾ ਸੀਗਾ ਕਿ ਮੈਂ ਤਾਂ ਨਵਜੋਤ ਸਿੰਘ ਸਿੱਧੂ ਨੂੰ ਪਸੰਦ ਹੀ ਨਹੀਂ ਕਰਦਾ। ਇਸ ਤਰ੍ਹਾਂ ਦੇ ਬਿਆਨ ਆਉਂਦੇ ਸੀਗੇ 17 ਦੇ ਵਿੱਚ। ਹਾਲਾਂਕਿ ਅਜੇ ਇਹਨਾਂ ਨੂੰ ਜਿੱਤਣ ਦੀ ਕੋਈ ਆਸ ਨਹੀਂ ਸੀਗੀ, ਪਰ ਪ੍ਰਸ਼ਾਂਤ ਕਿਸ਼ੋਰ ਹੋਰਾਂ ਨੇ ਲਗਾਤਾਰ ਪ੍ਰੈਸ਼ਰ ਬਣਾ ਕੇ ਲਗਾਤਾਰ ਉਹ ਨਵਜੋਤ ਸਿੰਘ ਸਿੱਧੂ ਦੇ ਟੱਚ ਦੇ ਵਿੱਚ ਸੀਗੇ, ਔਰ ਉਹਨਾਂ ਦੇ ਪ੍ਰੈਸ਼ਰ ਦੇ ਕਰਕੇ, ਉਹਨਾਂ ਦੀ ਦੋਸਤੀ ਦੇ ਕਰਕੇ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਜੁਆਇਨ ਕੀਤੀ।
ਸੋ ਉਦੋਂ ਬਾਅਦ ਕੀ ਹੋ ਗਿਆ ਕਿ ਕੈਪਟਨ ਸਾਹਿਬ ਨੂੰ ਲੱਗਿਆ ਕਿ ਮੇਰੇ ਤੋਂ ਵੱਡਾ ਚਿਹਰਾ ਜਿਹੜਾ ਹੈਗਾ ਪੰਜਾਬ ਦੀ ਕਾਂਗਰਸ 'ਚ ਆ ਚੁੱਕਿਆ। ਸੋ ਪਹਿਲਾਂ ਉਹਨਾਂ ਨੂੰ ਪਸੰਦ ਤਾਂ ਉਹ ਪਹਿਲਾਂ ਹੀ ਨਹੀਂ ਸੀ ਕਰਦੇ। ਸੋ ਇਸ ਕਰਕੇ ਉਹਨਾਂ ਨੇ ਸਾਜ਼ਿਸ਼ਾਂ ਘੜਨੀਆਂ ਉਸੇ ਵੇਲੇ ਸ਼ੁਰੂ ਕਰ ਦਿੱਤੀਆਂ ਸੀਗੀਆਂ 17 ਦੇ ਵਿੱਚ, ਔਰ ਉਹਨਾਂ ਨੂੰ ਮਹਿਕਮੇ ਵੀ ਇੱਦਾਂ ਦੇ ਦਿੱਤੇ ਗਏ ਕਿ ਜਾਂ ਜਿੱਥੇ ਕਿ ਰੌਲਾ ਪੈ ਜੇ, ਜਿੱਥੇ ਕਿ ਬਹੁਤ ਸਾਰੇ ਜਿਹੜੀਆਂ ਸੀਗੀਆਂ ਲੜਾਈ ਝਗੜੇ ਦੀਆਂ ਸੰਭਾਵਨਾਵਾਂ ਸੀਗੀਆਂ। ਤੁਹਾਨੂੰ ਵੀ ਪਤਾ ਹੋਏਗਾ ਕਿ ਮਾਫੀਏ ਦੇ ਬਾਰੇ ਜਦੋਂ ਨਵਜੋਤ ਸਿੰਘ ਸਿੱਧੂ ਜੀ ਬੋਲਦੇ ਸੀਗੇ ਉਦੋਂ ਉਹਨਾਂ ਨੂੰ ਚੁੱਪ ਕਰਾ ਦਿੱਤਾ ਜਾਂਦਾ ਸੀਗਾ। ਜਦੋਂ ਉਹ ਕੋਈ ਪਲੈਨਿੰਗ ਲੈ ਕੇ ਆਉਂਦੇ ਸੀਗੇ, ਬਲੂ ਪ੍ਰਿੰਟ ਲੈ ਕੇ ਆਉਂਦੇ ਸੀਗੇ, ਚਾਹੇ ਲੀਕਰ ਮਾਫੀਏ ਦਾ ਹੋਵੇ, ਚਾਹੇ ਉਹ ਸੈਂਡ ਮਾਫੀਏ ਬਾਰੇ ਹੋਵੇ, ਜਾਂ ਹੋਰ ਕੋਈ ਵੱਖ-ਵੱਖ ਮੁੱਦਿਆਂ ਦੇ ਉੱਤੇ ਹੋਵੇ, ਤਾਂ ਉਹਨਾਂ ਦੇ ਬਲੂ ਪ੍ਰਿੰਟ ਜਿਹੜੇ ਸੀਗੇ ਉਹ ਡਸਟਬਿਨ ਦੇ ਵਿੱਚ ਸੁੱਟੇ ਜਾਂਦੇ ਸੀਗੇ। ਸੋ ਇਸ ਕਰਕੇ ਇਹਨਾਂ ਦੀ ਚੱਲਣ ਨਹੀਂ ਸੀ ਦਿੱਤੀ। ਕਹਿਣ ਤੋਂ ਭਾਵ ਕਿ 19 ਤੱਕ ਆਉਂਦਿਆਂ ਨਵਜੋਤ ਸਿੰਘ ਸਿੱਧੂ ਨੇ ਦੇਖ ਲਿਆ ਸੀਗਾ ਕਿ ਕੈਪਟਨ ਸਾਹਿਬ ਦੇ ਰਹਿੰਦਿਆਂ ਮੇਰੀ ਕੋਈ ਇੱਥੇ ਦਾਲ ਨਹੀਂ ਗਲਣੀ। ਤਾਂ ਅਖੀਰ ਨੂੰ ਕੀ ਕੀਤਾ ਕਿ ਇਹਨਾਂ ਨੇ ਇੱਕ ਵੱਡੀ ਸਾਜ਼ਿਸ਼ ਹੋਰ ਕਰੀ, ਕਿਉਂਕਿ ਉਸ ਵੇਲੇ ਵੀ ਬਿਜਲੀ ਦਾ ਜਿਹੜਾ ਹੈਗਾ ਬਹੁਤ ਵੱਡਾ ਰੌਲਾ ਗੋਲਾ ਚੱਲ ਰਿਹਾ ਸੀਗਾ। ਇਹਨਾਂ ਨੇ ਕਿਹਾ ਕਿ ਹੁਣ ਮੌਕਾ ਹੈ ਕਿ ਇਹਨਾਂ ਨੂੰ ਬਿਜਲੀ ਮਹਿਕਮਾ ਦੇ ਕੇ ਇਹਨਾਂ ਦੀ ਜਿਹੜੀ ਛਵੀ ਹੈ ਨਵਜੋਤ ਸਿੰਘ ਸਿੱਧੂ ਦੀ, ਉਹਨੂੰ ਅਸੀਂ ਖਰਾਬ ਕਰ ਦਈਏ, ਉਹਨੂੰ ਅਸੀਂ ਜ਼ੀਰੋ ਕਰ ਦਈਏ। ਸੋ ਇਹਨਾਂ ਨੇ ਜਾਣਬੁੱਝ ਕੇ ਉਹ ਬਿਜਲੀ ਮਹਿਕਮਾ ਇਹਨਾਂ ਨੂੰ ਦੇਣ ਦੀ ਕੋਸ਼ਿਸ਼ ਕੀਤੀ, ਪਰ ਨਵਜੋਤ ਸਿੰਘ ਸਿੱਧੂ ਉੱਥੋਂ ਆਪਣੀ ਗੱਲ ਜਿਹੜੀ ਸੀਗੀ ਪਹਿਲਾਂ ਵੀ ਉਹ ਸਮਝ ਰਹੇ ਸੀਗੇ, ਉੱਥੋਂ ਇਹਨਾਂ ਦੀ ਸਾਜ਼ਿਸ਼ ਜਿਹੜੀ ਹੈਗੀ ਹੈ ਉਹ ਸਮਝ ਗਏ। ਸੋ ਉਹਨਾਂ ਨੇ ਕੀ ਕੀਤਾ ਕਿ ਉਹਨਾਂ ਨੇ ਇਹ ਮਹਿਕਮਾ ਲੈਣ ਤੋਂ ਇਨਕਾਰ ਕਰ ਦਿੱਤਾ, ਕਿਉਂਕਿ ਨਵਜੋਤ ਸਿੰਘ ਸਿੱਧੂ ਨੂੰ ਪਤਾ ਸੀਗਾ ਕਿ ਬਿਨਾਂ ਜਿਹੜੇ ਪ੍ਰਾਈਵੇਟ ਕੰਪਨੀਆਂ ਨਾਲ ਸਮਝੌਤੇ ਕੀਤੇ ਆ, ਆਪਾਂ ਨੂੰ ਵੀ ਪਤਾ ਹੈ ਕਿ ਬਾਦਲ ਔਰ ਬੀਜੇਪੀ ਸਰਕਾਰ ਨੇ ਉਹ ਸਮਝੌਤੇ ਕੀਤੇ ਸੀਗੇ, ਤਾਂ ਉਸ ਸਮਝੌਤੇ ਨੂੰ ਰੱਦ ਕੀਤੇ ਬਿਨਾਂ ਤੁਸੀਂ ਨਾ ਤਾਂ ਬਿਜਲੀ ਨੂੰ 24 ਘੰਟੇ ਦੇ ਸਕਦੇ ਹੋ ਲੋਕਾਂ ਨੂੰ, ਨਾ ਸਸਤੀ ਬਿਜਲੀ ਦੇ ਸਕਦੇ ਹੋ, ਨਾ ਕੋਈ ਹੋਰ ਜਿਹੜੀਆਂ ਸਹੂਲਤਾਂ ਬਿਜਲੀ ਦੀਆਂ ਨੇ ਉਹ ਨਹੀਂ ਦਿੱਤੀਆਂ ਜਾ ਸਕਦੀਆਂ, ਕਿਉਂਕਿ ਕੈਪਟਨ ਸਾਹਿਬ ਇਹ ਕਰਨਾ ਨਹੀਂ ਸੀ ਚਾਹੁੰਦੇ। ਕੈਪਟਨ ਸਾਹਿਬ ਆਪ ਖੁਦ ਜਿਹੜੇ ਨੇ ਅੱਜ ਵੀ ਆਪਾਂ ਜੇ ਨਵਜੀਤ ਬਿੱਟੂ ਸਾਹਿਬ ਕਹਿ ਰਹੇ, ਰਵਨੀਤ ਬਿੱਟੂ ਜੀ ਕਹਿ ਰਹੇ ਨੇ ਕਿ ਬਿਜਲੀ ਮਹਿਕਮੇ 'ਚ ਉਹਨਾਂ ਨੂੰ ਰਹਿਣਾ ਚਾਹੀਦਾ ਸੀਗਾ। ਅੱਜ ਤਾਂ ਮਹਿਕਮਾ ਕੈਪਟਨ ਸਾਹਿਬ ਕੋਲੇ ਆ ਨਾ, ਅੱਜ ਤਾਂ ਬਿਜਲੀ ਮਹਿਕਮਾ ਇਹ ਕੈਪਟਨ ਸਾਹਿਬ ਕੋਲੇ ਆ, ਉਹਨਾਂ ਨੂੰ ਚਾਹੀਦਾ। ਜੇ ਰਵਨੀਤ ਬਿੱਟੂ ਜੀ ਨਵਜੋਤ ਸਿੰਘ ਸਿੱਧੂ ਤੇ ਮੰਗ ਕਰ ਰਹੇ ਨੇ ਕਿ ਉਹਨਾਂ ਨੂੰ ਇੱਥੇ ਰਹਿਣਾ ਚਾਹੀਦਾ ਸੀ, ਉਹਨਾਂ ਨੂੰ ਸਸਤੀ ਬਿਜਲੀ ਦੇਣੀ ਚਾਹੀਦੀ ਸੀਗੀ, ਤਾਂ ਅੱਜ ਉਹ ਰਵਨੀਤ ਬਿੱਟੂ ਜੀ ਕੈਪਟਨ ਸਾਹਿਬ ਨੂੰ ਕਿਉਂ ਨਹੀਂ ਕਹਿੰਦੇ ਕਿ ਤੁਸੀਂ ਲੋਕ ਅੱਜ ਤਰ੍ਹਾਂ ਕਰ ਰਹੇ ਨੇ ਪੰਜਾਬ ਦੇ। ਹੁਣ ਆਪਣੇ ਕੈਪਟਨ ਦੀ ਛਵੀ ਦੇ ਉੱਪਰ ਕੈਪਟਨ ਦੀ ਕੰਮਕਾਰ ਦੇ ਕਾਰਜ ਕਰਨ ਦੀ ਜਿਹੜੀ ਛਵੀ ਹੁੰਦੀ ਆ, ਉਹ ਤੇ ਵੀ ਸਵਾਲ ਖੜੇ ਉੱਠ ਰਹੇ ਨੇ ਕਿ ਕੈਪਟਨ ਸਾਹਿਬ ਇੰਨੇ ਜੋਗੇ ਹੈ ਹੀ ਨਹੀਂ ਕਿ ਲੋਕਾਂ ਨੂੰ ਸਸਤੀ ਬਿਜਲੀ ਦੇ ਸਕਣ, ਜੋ ਨਵਜੋਤ ਸਿੰਘ ਸਿੱਧੂ ਤੇ ਟੇਕ ਲਾਈ ਬੈਠੇ ਆ। ਕੈਪਟਨ ਸਾਹਿਬ ਕਿਉਂ ਨਹੀਂ ਕਰ ਰਹੇ? ਬਿਲਕੁਲ ਇਹੀ ਮੈਂ ਗੱਲ ਕਹਿਣੀ ਚਾਹਣਾ ਕਿ ਰਵਨੀਤ ਬਿੱਟੂ ਕੈਪਟਨ ਸਾਹਿਬ ਦੇ ਉੱਤੇ ਸਵਾਲ ਕਿਉਂ ਨਹੀਂ ਚੁੱਕਦੇ। ਉਹ ਸਵਾਲ ਕਿਹਦੇ ਤੇ ਚੁੱਕ ਰਹੇ ਨੇ? ਉਲਟਾ ਨਵਜੋਤ ਸਿੰਘ ਸਿੱਧੂ ਤੇ ਚੁੱਕ ਰਹੇ ਨੇ, ਜਿਨ੍ਹਾਂ ਨੇ ਬਿਜਲੀ ਮਹਿਕਮਾ ਲਿਆ ਹੀ ਨਹੀਂ ਹੈ, ਜਿਨ੍ਹਾਂ ਕੋਲੇ ਬਿਜਲੀ ਮਹਿਕਮਾ ਰਿਹਾ ਹੀ ਨਹੀਂ ਹੈ। ਹੁਣ ਆਪਾਂ ਇਸ ਪਾਸੇ ਆਈਏ ਡਾਕਟਰ ਸਾਹਿਬ, ਵੀ ਨਵਜੋਤ ਸਿੰਘ ਸਿੱਧੂ ਨੇ ਬਿਜਲੀ ਮਹਿਕਮਾ ਲਿਆ ਕਿਉਂ ਨਹੀਂ, ਕਿਉਂ ਨਹੀਂ, ਕਿਸ ਤਰੀਕੇ ਨਾਲ ਆਈਐਸ ਅਧਿਕਾਰੀ ਉੱਤੇ ਕੰਮ ਕਰਦੇ ਨੇ, ਉਹ ਆਪਾਂ ਦੱਸੀਏ ਇੱਕ ਵਾਰ ਦਰਸ਼ਕਾਂ ਨੂੰ। ਸੁਖਵਿੰਦਰ ਜੀ, ਜਦੋਂ ਤੁਸੀਂ ਸਮਝੌਤਾ ਕਰ ਲੈਣਾ ਨਾ ਪ੍ਰਾਈਵੇਟ ਕੰਪਨੀਆਂ ਦੇ ਨਾਲ, ਤਾਂ ਇਹਦਾ ਮਤਲਬ ਹੈ ਕਿ ਜਿਹੜਾ ਤੁਹਾਡੇ ਸਰਕਾਰੀ ਥਰਮਲ ਪਲਾਂਟ ਨੇ, ਜਿਨ੍ਹਾਂ ਦਾ ਸਰਕਾਰ ਕੋਲੇ ਕੰਟਰੋਲ ਹੁੰਦਾ ਹੈ, ਉਹ ਤਾਂ ਤੁਸੀਂ ਹੋ ਸਕਦਾ ਕਿ ਸਰਕਾਰ ਉਹਦੇ ਵਿੱਚ ਕੋਈ ਤਰਮੀਮਾਂ ਕਰਨਾ ਚਾਹੁੰਦੀ ਹੈ, ਜਾਂ ਉਹਨਾਂ ਨੂੰ ਬਦਲਣਾ ਚਾਹੁੰਦੀ ਹੈ, ਜਾਂ ਉਹਨਾਂ ਨੂੰ ਡਿਵੈਲਪ ਕਰਨਾ ਚਾਹੁੰਦੀ ਹੈ, ਜਾਂ ਜਿਵੇਂ ਮਨਪ੍ਰੀਤ ਬਾਦਲ ਹੋ ਰਹੀ ਕਹਿੰਦੇ ਸੀਗੇ ਕਿ ਅਸੀਂ ਇਹਨਾਂ ਦੀਆਂ ਚਿਮਨੀਆਂ 'ਚ ਧੂੰਆਂ ਕੱਢਣਾ ਚਾਹੁੰਦੇ ਹਾਂ, ਇੱਥੇ ਇੰਡਸਟਰੀ ਨਵੀਂ ਜਿਹੜੀ ਹੈਗੀ ਹੈ ਲੱਗਣੀ ਚਾਹੀਦੀ ਹੈ, ਇਹ ਉਹ ਗੱਲਾਂ ਉਦੋਂ ਉਸ ਵੇਲੇ ਕੀਤੀਆਂ ਗਈਆਂ। ਤਾਂ ਉਹ ਤੁਸੀਂ ਸਰਕਾਰੀ ਥਰਮਲ ਪਲਾਂਟਾਂ 'ਚ ਤਾਂ ਇੰਟਰਵੀਨ ਕਰ ਸਕਦੇ ਹੋ, ਪਰ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਨੇ ਆਪਣੇ ਥਰਮਲ ਪਲਾਂਟ ਲਗਾਏ ਨੇ, ਤੁਸੀਂ ਉਹਨਾਂ ਨੂੰ ਇਜਾਜ਼ਤ ਦਿੱਤੀ ਹੈ ਇੱਥੇ ਥਰਮਲ ਪਲਾਂਟ ਲਾਉਣ ਦੀ, ਉੱਥੇ ਤੁਸੀਂ ਕਿਵੇਂ ਇੰਟਰਵੀਨ ਕਰ ਸਕਦੇ ਹੋ? ਉੱਥੇ ਤੁਹਾਡੇ ਸਮਝੌਤੇ ਹੋ ਚੁੱਕੇ ਨੇ। ਜੇ ਉਹ ਤੁਸੀਂ ਇੰਟਰਵੀਨ ਕਰੋਗੇ, ਜੇ ਉਹਨਾਂ 'ਚ ਦਖਲ ਅੰਦਾਜ਼ੀ ਕਰੋਗੇ, ਤਾਂ ਉਹ ਅਦਾਲਤਾਂ 'ਚ ਸੁਪਰੀਮ ਕੋਰਟ 'ਚ ਚਲੀਆਂ ਜਾਂਦੀਆਂ ਨੇ। ਸੋ ਇਸ ਕਰਕੇ ਤੁਹਾਨੂੰ ਜਿਹੜੇ ਉਹ ਸਮਝੌਤੇ ਹੋ ਚੁੱਕੇ ਨੇ, ਜਿਹੜੇ ਕਿ ਬਾਦਲ ਔਰ ਬੀਜੇਪੀ ਸਰਕਾਰ ਨੇ ਇਹਨਾਂ ਕੰਪਨੀਆਂ ਦੇ ਨਾਲ ਪਰਚੇਜ਼ਿੰਗ ਦੇ ਵਿੱਚ ਕੀਤੇ ਹੋਏ ਆ, ਬਿਜਲੀ ਪਰਚੇਜ਼ਿੰਗ ਦੇ, ਤਾਂ ਤੁਹਾਨੂੰ ਉਹ ਸਮਝੌਤੇ ਜਿੰਨੀ ਦੇਰ ਉਹ ਰੱਦ ਨਹੀਂ ਹੁੰਦੇ, ਜਿਵੇਂ ਨਵਜੋਤ ਸਿੰਘ ਸਿੱਧੂ ਜੀ ਕਹਿ ਰਹੇ ਨੇ ਕਿ ਜਾਂ ਤਾਂ ਤੁਸੀਂ ਵਾਈਟ ਪੇਪਰ ਲੈ ਕੇ ਆਓ ਉਹਦੇ ਲਈ, ਔਰ ਵਾਈਟ ਪੇਪਰ ਤੋਂ ਬਾਅਦ ਤੁਸੀਂ ਵਿਧਾਨ ਸਭਾ ਦਾ ਸੈਸ਼ਨ ਬੁਲਾਓ ਸਪੈਸ਼ਲ, ਔਰ ਤਾਂ ਕਿ ਉਹ ਸਮਝੌਤੇ ਅਸੀਂ ਰੱਦ ਕਰੀਏ, ਫਿਰ ਤੁਸੀਂ ਇੰਟਰਵੀਨ ਕਰ ਸਕਦੇ ਹੋ। ਫਿਰ ਤੁਹਾਡਾ ਮੰਤਰੀ ਜਿਹੜਾ ਹੈਗਾ ਇੰਟਰਵੀਨ ਕਰਕੇ ਉਹ ਨਵੇਂ ਸਮਝੌਤੇ ਜਾਂ ਨਵੀਆਂ ਜਿਹੜੀਆਂ ਦਰਾਂ ਨੇ ਜਾਂ ਨਵੇਂ ਰੇਟ ਨੇ ਬਿਜਲੀ ਦੇ, ਉਹ ਤੁਸੀਂ ਲਾਗੂ ਕਰ ਸਕਦੇ ਹੋ। ਅਦਰਵਾਈਜ਼ ਜੇ ਇਦਾਂ ਨਹੀਂ ਹੁੰਦਾ ਤਾਂ ਲਾਜ਼ਮੀ ਤੌਰ ਤੇ ਜਿਹੜੇ IAS ਆਫੀਸਰ ਸਾਹਿਬਾਨ ਨੇ ਜਾਂ ਜਿਹੜੇ ਪ੍ਰਾਈਵੇਟ ਕੰਪਨੀਆਂ ਦੇ MD ਵਗੈਰਾ ਨੇ, ਜਿਹੜੇ ਉਹਨਾਂ ਦੇ ਨੁਮਾਇੰਦੇ ਨੇ ਪ੍ਰਾਈਵੇਟ ਕੰਪਨੀਆਂ ਦੇ, ਇਹ ਸਾਰਾ ਸਿਸਟਮ ਉਹਨਾਂ ਦੇ ਅੰਡਰ ਹੈ, ਕਿਉਂਕਿ ਤੁਸੀਂ ਸਮਝੌਤੇ ਕਰਕੇ ਆਪਣੇ ਹੱਥ ਵਧਾ ਚੁੱਕੇ ਹੈ।
ਇੱਥੇ ਆਪਾਂ ਹੋਰ ਦੱਸ ਦਈਏ ਕਿ ਨਵਜੋਤ ਸਿੰਘ ਸਿੱਧੂ ਦੇ ਅਹੁਦਾ ਸਾਂਭਣ ਦਾ ਨਾ ਕਾਰਨ ਇਹ ਵੀ ਹੈ ਕਿਉਂਕਿ ਜਿਹੜੇ ਉੱਥੇ 27 IAS ਅਧਿਕਾਰੀਆਂ ਦਾ ਇੱਕ ਸਮੂਹ ਹੁੰਦਾ, ਜਿਹੜਾ ਇੱਕ ਬੋਰਡ ਹੁੰਦਾ, ਇੱਕ ਕਮਿਸ਼ਨ ਹੁੰਦਾ, ਉਹੀ ਕੰਮਕਾਜ ਸਾਰਾ ਬਿਜਲੀ ਬੋਰਡ ਦਾ ਸਾਂਭਦਾ ਤੇ ਮੰਤਰੀ ਦੇ ਹੱਥ ਵੱਸ ਕੁਝ ਵੀ ਨਹੀਂ ਹੁੰਦਾ। ਜਿਵੇਂ ਆਪਾਂ ਪਿਛਲੇ ਮੰਤਰੀ ਬਾਰੇ ਵੀ ਦੇਖਿਆ, ਜਦੋਂ ਗੁਰਪ੍ਰੀਤ ਸਿੰਘ ਕਾਂਗੜ ਅਕਸਰ ਸ਼ਿਕਾਇਤ ਕਰਦੇ ਹੁੰਦੇ ਸੀ ਕਿ ਮੇਰੇ ਬਿਜਲੀ ਬੋਰਡ ਦੇ ਜਿਹੜੇ ਅਫਸਰ ਹੈ ਉਹ ਸੁਣਦੇ ਨਹੀਂ, ਅਫਸਰਸ਼ਾਹੀ ਹਾਵੀ ਹੈ, ਚੇਅਰਮੈਨ ਸੁਣਦਾ ਨਹੀਂ। ਤਾਂ ਅਜਿਹੇ ਦੇ ਵਿੱਚ ਜਿਹੜਾ ਪੂਰਨ ਤਰੀਕੇ ਨਾਲ ਜਿਹੜੀ ਤਾਕਤ ਹੁੰਦੀ ਆ ਉਹ 27 IAS ਅਧਿਕਾਰੀਆਂ ਦੇ ਕੋਲ ਹੁੰਦੀ ਹੈ। ਤੇ IAS ਅਧਿਕਾਰੀ ਜਿਹੜੇ ਸਿੱਧਾ ਜਵਾਬਦੇਹ ਹੁੰਦੇ ਨੇ ਮੁੱਖ ਮੰਤਰੀ ਨੂੰ, ਮੁੱਖ ਮੰਤਰੀ CM ਹਾਊਸ ਨੂੰ। ਤਾਂ ਯਾਨੀ ਕਿ ਉਹ ਸਿੱਧੇ ਤੌਰ ਤੇ ਕੰਮ ਕਰਨਗੇ ਮੁੱਖ ਮੰਤਰੀ ਦੇ ਅੰਡਰ, ਤੇ ਬਿਜਲੀ ਮੰਤਰੀ ਰਹਿ ਜਾਏਗਾ ਉੱਪਰ। ਬਿਜਲੀ ਮੰਤਰੀ ਦਾ ਕੋਈ ਪਾਵਰ ਨਹੀਂ ਹੋਏਗੀ। ਤਾਂ ਜਦੋਂ ਹੀ ਨਵਜੋਤ ਸਿੰਘ ਸਿੱਧੂ ਨੂੰ ਇਹ ਸਾਂਭਿਆ ਗਿਆ ਕਿ ਭਾਈ ਅੱਜ ਤੋਂ ਤੁਸੀਂ ਬਿਜਲੀ ਮੰਤਰੀ ਆ, ਤਾਂ ਉਹਨੂੰ ਆਇਆ ਸੀ ਵੀ ਅੱਜ ਬਿਜਲੀ ਮੰਤਰੀ ਸਾਂਭਣਗੇ, ਅੱਜ ਨਹੀਂ ਸਾਂਭਣਗੇ, ਕੱਲ ਸਾਂਭਣਗੇ, ਕੱਲ ਨਹੀਂ ਸਾਂਭਣ, ਪਰਸੋਂ ਸਾਂਭਣਗੇ। ਤੇ ਦੇਖਿਆ ਕਿ ਬਹੁਤ ਦਿਨ ਵੇਟ ਕਰਦੇ ਰਹੇ, ਅੱਜ ਸਾਂਭਣਗੇ, ਕੱਲ ਸਾਂਭਣਗੇ, ਪਰ ਨਵਜੋਤ ਸਿੰਘ ਸਿੱਧੂ ਨੂੰ ਸਾਂਭੇ। ਜਿਵੇਂ ਹੀ ਉਹਨਾਂ ਦੇ ਨਾਂ ਤੇ ਮਹਿਕਮਾ ਅਨਾਉਂਸ ਕੀਤਾ ਗਿਆ ਤਾਂ ਹਫ਼ਤੇ ਬਾਅਦ ਬਿਜਲੀ ਦੇ ਰੇਟ ਵਧਾ ਦਿੱਤੇ ਗਏ, ਇਹ ਕਹਿਣ ਨੂੰ ਕਿ ਭਾਈ ਨਵਜੋਤ ਸਿੰਘ ਸਿੱਧੂ ਬਿਜਲੀ ਮੰਤਰੀ ਬਣੇ ਆ ਤੇ ਲੋਕਾਂ ਦਾ ਕਚੂੰਬਰ ਕੱਢ ਰਹੇ ਆ ਬਿਜਲੀ ਦਾ ਰੇਟ ਵਧਾ ਕੇ। ਜਦ ਕਿ ਜੇ ਨਵਜੋਤ ਸਿੰਘ ਸਿੱਧੂ ਸਾਂਭ ਵੀ ਲੈਂਦੇ ਤਾਂ ਵੀ ਚੱਲਣੀ ਕਿਹਦੀ ਸੀ, ਤਾਂ ਕੈਪਟਨ ਅਮਰਿੰਦਰ ਸਿੰਘ ਦੀ ਉਸ ਡਿਪਾਰਟਮੈਂਟ ਦੇ ਵਿੱਚ ਚੱਲਣੀ ਸੀ। ਇਸ ਕਰਕੇ ਨਵਜੋਤ ਸਿੰਘ ਸਿੱਧੂ ਨੇ ਜਿਹੜਾ ਮਹਿਕਮਾ ਸਾਂਭਿਆ। ਸੁਖਵਿੰਦਰ ਜੀ ਦੇਖੋ, ਮੈਂ ਇਹੀ ਗੱਲ ਕਹਿਣ ਦੀ ਕੋਸ਼ਿਸ਼ ਕਰ ਰਿਹਾ ਕਿ ਜਦੋਂ ਤੁਹਾਡੇ ਸਮਝੌਤੇ ਹੋ ਜਾਂਦੇ ਨੇ ਬਿਜਲੀ ਪ੍ਰਾਈਵੇਟ ਬਿਜਲੀ ਕੰਪਨੀਆਂ ਦੇ ਨਾਲ, ਜਦੋਂ ਤੁਸੀਂ ਪਰਚੇਜ਼ ਕਰਦੇ ਹੋ ਉਹਨਾਂ ਦੇ ਥਰਮਲ ਪਲਾਂਟਾਂ ਤੋਂ ਬਿਜਲੀ, ਤਾਂ ਲਾਜ਼ਮੀ ਤੌਰ ਤੇ ਜਿਹੜੇ ਹੁਕਮ ਨੇ, ਹੁਕਮ ਕਿਹਦਾ ਚੱਲਦਾ? ਹੁਕਮ ਜਾਂ ਤਾਂ ਚੱਲੇਗਾ ਮੁੱਖ ਮੰਤਰੀ ਦਾ, ਜਿਵੇਂ ਤੁਸੀਂ ਕਹਿ ਰਹੇ ਹੋ, ਜਾਂ ਫਿਰ ਚੱਲੇਗਾ ਜਿਹੜਾ ਬਿਜਲੀ ਕੰਪਨੀਆਂ ਦਾ ਜਿਹੜਾ ਹੈਗਾ ਉੱਪਰਲਾ ਜਿਹੜਾ ਤਬਕਾ ਹੈ ਉਹਨਾਂ ਦਾ। ਸੋ ਇਸ ਕਰਕੇ ਆਪਾਂ ਇਹ ਕਹਿ ਸਕਦੇ ਹਾਂ ਕਿ ਲਾਜ਼ਮੀ ਤੌਰ ਤੇ ਇਸ ਚੀਜ਼ ਨੂੰ ਨਵਜੋਤ ਸਿੰਘ ਸਿੱਧੂ ਸਮਝ ਰਹੇ ਸੀਗੇ ਕਿ ਮੇਰੇ ਤਾਂ ਹੱਥ ਵੱਸ ਸਹੀ ਨਹੀਂ। ਜਦੋਂ ਸਮਝੌਤੇ ਹੋ ਚੁੱਕੇ ਨੇ ਬਿਜਲੀ ਕੰਪਨੀਆਂ ਦੇ ਨਾਲ ਤਾਂ ਕੰਪਨੀਆਂ ਦੀ ਚੱਲੇਗੀ, ਕੰਪਨੀਆਂ ਆਪਣੇ ਤਰੀਕੇ ਨਾਲ ਰੇਟ ਵਧਾਉਣਗੀਆਂ। ਸੋ ਇਸ ਕਰਕੇ ਜਾਂ ਤਾਂ ਕੈਪਟਨ ਸਾਹਿਬ ਨੂੰ ਲੱਗਦਾ ਕਿ ਉਹਨਾਂ ਦਾ ਸਾਥ ਦਿੰਦੇ ਕਿ ਅਸੀਂ ਰੇਟ ਨਹੀਂ ਵਧਣ ਦੇਵਾਂਗੇ ਉਸ ਵੇਲੇ ਵੀ, ਤਾਂ ਜਿਹੜਾ ਹੈਗਾ ਫਿਰ ਤਾਂ ਨਵਜੋਤ ਸਿੰਘ ਸਿੱਧੂ ਨੂੰ ਲੱਗਦਾ ਕਿ ਕੈਪਟਨ ਸਾਹਿਬ ਮੇਰੇ ਪੱਖ ਦੇ ਵਿੱਚ, ਮੁੱਖ ਮੰਤਰੀ ਸਾਹਿਬ ਮੇਰੇ ਪੱਖ 'ਚ ਖੜੇ ਨੇ। ਜਦੋਂ ਉਹਨਾਂ ਨੂੰ ਲੱਗਿਆ ਕਿ ਮੇਰੇ ਵਿਰੋਧ 'ਚ ਸਾਰੀਆਂ ਚੀਜ਼ਾਂ ਜਾ ਰਹੀਆਂ ਨੇ ਔਰ ਜਾਣਬੁੱਝ ਕੇ ਰੇਟ ਵਧਾਏ ਜਾ ਰਹੇ ਨੇ ਔਰ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਮੇਰੀ ਸ਼ਖਸੀਅਤ ਦੇ ਉੱਤੇ ਜਿਹੜਾ ਹੈਗਾ ਦਾਗ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤਾਂ ਲਾਜ਼ਮੀ ਤੌਰ ਤੇ ਉਹ ਪਿੱਛੇ ਹਟਣਾ ਹੀ ਸੀ ਉਹਨਾਂ ਨੇ। ਸੋ ਉਹ ਪਿੱਛੇ ਹਟੇ ਔਰ ਪਿੱਛੇ ਹਟ ਕੇ ਜਦੋਂ ਉਹਨਾਂ ਨੂੰ ਲੱਗਿਆ ਕਿ ਹੁਣ ਮੇਰੇ ਵੱਸ ਦੀ ਗੱਲ ਨਹੀਂ ਹੈ, ਤਾਂ ਉਹ ਅਖੀਰ ਨੂੰ ਰਿਜ਼ਾਈਨ ਕਰਕੇ ਆਪਣਾ ਸਾਰਾ ਕੁਝ ਉਹ ਬਿਲਕੁਲ ਵਿਹਲੇ ਹੋ ਗਏ, ਫ੍ਰੀ ਹੋ ਗਏ ਇਸ ਸਾਰੇ ਚੱਕਰ ਚੋਂ। ਸੋ ਉਸ ਤੋਂ ਬਾਅਦ ਆਪਾਂ ਨੂੰ ਵੀ ਪਤਾ ਹੈ ਕਿ 19 ਤੋਂ ਬਾਅਦ ਲਗਾਤਾਰ ਜਿਹੜੇ ਸੀਗੇ ਉਹਨਾਂ ਨੂੰ ਖੁੱਡੇ ਲੈਣ ਲਾਉਣ ਦੀ ਕੋਸ਼ਿਸ਼ ਕੀਤੀ ਗਈ ਔਰ ਉਹਨਾਂ ਦੀ ਸ਼ਖਸੀਅਤ ਨੂੰ ਥੱਲੇ ਨੀਚਾ ਦਿਖਾਉਣ ਦੀ ਬਾਰ-ਬਾਰ ਕੋਸ਼ਿਸ਼ ਕੀਤੀ ਗਈ। ਇਹਦੇ ਬਾਵਜੂਦ ਸਬਰ ਦਾ ਘੁੱਟ ਜਿਹੜਾ ਸੀਗਾ, ਆਪਾਂ ਕਹਿੰਦੇ ਹਾਂ ਕਿ ਸਬਰ ਜਿਹੜਾ ਹੁੰਦਾ ਉਹ ਬਹੁਤ ਇੰਪੋਰਟੈਂਟ ਹੁੰਦਾ ਤੁਹਾਡੀ ਸ਼ਖਸੀਅਤ ਦੇ ਵਿੱਚ, ਔਰ ਨਵਜੋਤ ਸਿੰਘ ਸਿੱਧੂ ਨੇ ਬਹੁਤ ਸਬਰ ਦਿਖਾਇਆ। ਲਗਭਗ 2 ਸਾਲ ਉਹਨਾਂ ਨੇ ਸਬਰ ਦੇ ਰੱਖੇ ਔਰ ਅੱਜ ਨਤੀਜਾ ਆਪਾਂ ਨੂੰ ਵੀ ਪਤਾ ਹੈ ਕਿ ਉਹ ਸਬਰ ਦਾ ਉਹਨਾਂ ਨੂੰ ਫਲ ਮਿਲਿਆ ਔਰ ਉਸ ਫਲ ਦੇ ਵਿੱਚ ਉਹਨਾਂ ਨੂੰ ਜਿਹੜੀ ਹੈਗੀ ਹੈ ਪ੍ਰਧਾਨਗੀ ਆਫਰ ਹੋਈ ਹੈ ਔਰ ਪ੍ਰਧਾਨਗੀ ਜਿਉਂ ਮਿਲਦੀ ਹੈ ਤਾਂ ਲਾਜ਼ਮੀ ਤੌਰ ਤੇ ਇਹਦਾ ਨਤੀਜਾ ਇਹ ਨਿਕਲੇਗਾ ਕਿ 22 ਦੇ ਵਿੱਚ ਉਹ ਕਾਂਗਰਸ ਦਾ ਚਿਹਰਾ ਬਣ ਸਕਦੇ ਨੇ, ਮੁੱਖ ਮੰਤਰੀ ਦਾ। ਸੋ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਉਹਨਾਂ ਦੀ ਦਿਆਨਤਦਾਰੀ, ਉਹਨਾਂ ਦੀ ਇਮਾਨਦਾਰੀ, ਉਹਨਾਂ ਦਾ ਸਬਰ, ਉਹਨਾਂ ਦਾ ਸੰਤੋਖ ਜਿਹੜਾ ਹੈਗਾ ਉਹ ਰੰਗ ਲਿਆਏਗਾ ਆਉਣ ਵਾਲੇ ਦਿਨਾਂ ਦੇ ਵਿੱਚ। ਔਰ ਇਹਨਾਂ ਦੀ ਜਿਹੜੀਆਂ ਸਾਜ਼ਿਸ਼ਾਂ ਨੇ, ਮੈਂ ਪਹਿਲਾਂ ਵੀ ਆਪਾਂ ਕਹਿੰਦੇ ਰਹਿੰਦੇ ਹਾਂ ਕਿ ਕੈਪਟਨ ਸਾਹਿਬ ਦੇ ਹੁਣ ਦਿਨ ਪੁੱਗ ਚੁੱਕੇ ਨੇ। ਕੈਪਟਨ ਸਾਹਿਬ ਦੀਆਂ ਜਿਹੜੀਆਂ ਸਾਜ਼ਿਸ਼ਾਂ ਨੇ, ਕੱਲ ਵੀ ਜਿਹੜੀ ਉਹਨਾਂ ਨੇ ਸਾਜ਼ਿਸ਼ਾਂ ਰਚ ਰਹੇ ਸੀਗੇ, ਫਲਾਣੇ ਇੱਕ ਸ਼ਕਤੀ ਪ੍ਰਦਰਸ਼ਨ ਉਹ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਸੀਗੇ, ਪਰ ਕੱਖ ਨਹੀਂ ਚੱਲਿਆ। ਕੱਲ ਵੀ ਆਪਾਂ ਨੇ ਗੱਲ ਕੀਤੀ ਸੀਗੀ ਕਿ ਉਹਨਾਂ ਦੇ ਸ਼ਕਤੀ ਪ੍ਰਦਰਸ਼ਨ ਨਹੀਂ ਚੱਲਣਗੇ। ਜੋ ਹਾਈ ਕਮਾਂਡ ਨੇ ਫੈਸਲਾ ਕੀਤਾ ਹੋਇਆ ਆਲਰੇਡੀ, ਔਰ ਉਹੀ ਫੈਸਲਾ ਲਾਗੂ ਹੋਏਗਾ ਪੰਜਾਬ ਦੇ ਉੱਤੇ ਔਰ ਇਹਦਾ ਨਤੀਜਾ ਤੁਸੀਂ ਦੇਖੋਗੇ ਆਉਣ ਵਾਲੇ ਦਿਨਾਂ ਦੇ ਵਿੱਚ। ਜਿਵੇਂ ਆਪਾਂ ਕਹਿੰਦੇ ਕਿ ਹੁਣ ਐਲਾਨ ਬਾਕੀ ਹੈ, ਬਾਕੀ ਸਾਰਾ ਕੁਝ ਤਿਆਰ ਹੋ ਚੁੱਕਿਆ, ਸਿਰਫ ਐਲਾਨ ਹੋਣ ਵਾਲਾ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਐਲਾਨ ਹੋਏਗਾ ਔਰ ਜਿਉਂ ਹੀ ਐਲਾਨ ਹੋਏਗਾ ਤਿਉਂ ਹੀ ਤੁਸੀਂ ਦੇਖੋਗੇ ਕਿ ਜਿਹੜਾ ਕੈਪਟਨ ਖੇਮਾ ਹੈ, ਕੈਪਟਨ ਜਿਹੜਾ ਧੜਾ ਹੈ, ਉਹ ਹੌਲੀ ਹੌਲੀ ਉਹਦੇ ਪਰ ਉਤਰਨੇ ਸ਼ੁਰੂ ਹੋ ਚੁੱਕੇ ਨੇ ਔਰ ਹੌਲੀ ਹੌਲੀ ਹੋਰ ਵੀ ਹੋ ਜਾਣੇ ਆ। ਸੋ ਨਤੀਜੇ ਵਜੋਂ 22 ਦੇ ਵਿੱਚ ਜਿਹੜਾ ਹੈਗਾ ਨਵੇਂ ਚਿਹਰੇ ਜਿਹੜੇ ਨੇ ਕਾਂਗਰਸ ਦੇ ਵਿੱਚ ਆਉਣ ਦੀਆਂ ਸੰਭਾਵਨਾਵਾਂ ਨੇ ਔਰ ਇਹੀ ਤਵੱਕੋ ਇਸ ਵੇਲੇ ਹਾਈ ਕਮਾਂਡ ਤੋਂ ਕੀਤੀ ਜਾਣੀ ਚਾਹੀਦੀ ਹੈ ਪੰਜਾਬੀਆਂ ਨੂੰ। ਜੀ ਸੁਖਿੰਦਰ ਜੀ। ਬਿਲਕੁਲ। ਤਾਂ ਡਾਕਟਰ ਸਾਹਿਬ ਤੁਸੀਂ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਬਹੁਤ ਮਿਹਰਬਾਨੀ, ਸ਼ੁਕਰੀਆ, ਧੰਨਵਾਦ।
ਤਾਂ ਇਹ ਸਨ ਡਾਕਟਰ ਭੀਮਿੰਦਰ ਸਿੰਘ ਜੀ, ਜਿਨ੍ਹਾਂ ਦੇ ਵੱਲੋਂ ਇਸ ਪੂਰੇ ਮਾਮਲੇ ਤੇ ਗੱਲਬਾਤ ਕੀਤੀ ਗਈ, ਸਾਡੇ ਨਾਲ ਆਪਣੇ ਕੀਮਤੀ ਵਿਚਾਰ ਜਿਹੜੇ ਉਹ ਸਾਂਝੇ ਕੀਤੇ ਗਏ। ਉਮੀਦ ਕਰਦੇ ਹਾਂ ਕਿ ਡਾਕਟਰ ਸਾਹਿਬ ਦੇ ਕੀਮਤੀ ਵਿਚਾਰ ਤੁਹਾਨੂੰ ਜ਼ਰੂਰ ਪਸੰਦ ਆਏ ਹੋਣਗੇ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ, ਤਦ ਤੱਕ ਦਿਓ ਇਜਾਜ਼ਤ। ਧੰਨਵਾਦ।